प्यारे दर्शकों, विचार चर्चा शो दे विच तुहाडा स्वागत है। इस शो दे विच साडे नाल औरतां हक्कां दे लई लड़न वाली उगी इस्त्री आगू कमलजीत प्रोफैसर कमलजीत नाल हन, जिन्हां ने अपनी जिंदगी दा लंबा सफर तय कीता है। उन्हां ने अध्यापन तो बाद अजकल वो किसानां दे हक्कां लई, औरतां दे हक्कां लई सरगर्म ने ते ਉਹ ਜਿਹੜੇ ਦਿੱਲੀ ਦੀਆਂ ਗ੍ਰੋਹਾਂ ਤੇ ਚੱਲ ਰਿਹਾ ਕਿਸਾਨ ਅੰਦੋਲਨ, ਉਹਦੇ ਵਿੱਚ ਵੀ ਕਈ ਵਾਰੀ ਜਾ ਆਏ। ਜਿਹੜੀ ਕਿਸਾਨ ਸੰਸਦ ਹੋਈ, ਔਰਤਾਂ ਦੀ ਸੰਸਦ ਹੋਈ, ਉਹਦੇ ਵਿੱਚ ਵੀ ਉਹਨਾਂ ਨੇ ਡਿਪਟੀ ਸਪੀਕਰ ਦੀ ਭੂਮਿਕਾ ਨਿਭਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਦੇਸ਼ ਦੇ ਵਿੱਚ ਔਰਤਾਂ ਨੂੰ 33% ਰਾਖਵਾਂਕਰਨ ਦੇਣ ਦੇ 20 ਸਾਲ ਹੋ ਗਿਆ, ਪਰ ਔਰਤਾਂ ਨੂੰ 33% ਦੀ ਰਾਖਵਾਂਕਰਨ ਨਹੀਂ ਮਿਲ ਸਕਿਆ। ਅੱਜ ਤੋਂ 25 ਸਾਲ ਤੋਂ ਵੀ ਪਹਿਲਾਂ ਜਿਹੜੀ ਔਰਤਾਂ ਨੂੰ ਰਾਖਵਾਂਕਰਨ ਦੀ ਮੁਹਿੰਮ ਸ਼ੁਰੂ ਹੋਈ ਸੀ, ਇੱਕ ਬਿੱਲ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆ ਸੀ, ਪਰ ਉਹ ਬਿੱਲ 4 ਹੋਇਆ, ਕਿਸੇ ਕਿਨਾਰੇ ਨਹੀਂ ਲੱਗਾ। ਤੇ ਜਿਹੜੀ ਹਾਕਮ ਧਿਰ ਇਸ ਵੇਲੇ ਹੈਗੀ, ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਰਾਖਵਾਂਕਰਨ ਦੇਣ ਦੀ ਲੋੜ ਹੀ ਕੀ ਹੈ, ਮੈਰਿਟ ਤੇ ਆਉਣੇ ਚਾਹੀਦੇ ਆ। ਮਤਲਬ ਇਹ ਇਹਨਾਂ ਨੇ ਲੌਜਿਕ ਜਿਹੜਾ ਇਹ ਤਰਕ ਹੈ ਇਹ ਦੇਣਾ ਸ਼ੁਰੂ ਕੀਤਾ। ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅੱਜ 25 ਸਾਲ ਹੋ ਗਏ, 25 ਵਰੇ ਪਹਿਲਾਂ ਔਰਤਾਂ ਨੂੰ ਪਾਰਲੀਮੈਂਟ ਦੇ ਵਿੱਚ 3 ਵਾਰੀ ਫੇਰ ਪੇਸ਼ ਹੋਇਆ, ਕੁੱਲ 4 ਵਾਰੀ ਪੇਸ਼ ਹੋ ਚੁੱਕਾ ਹੈ, ਪਰ ਅਜੇ ਤੱਕ ਇਹ ਪਾਸ ਨਹੀਂ ਹੋ ਸਕਿਆ। ਇਸ ਬਿੱਲ ਦੀ ਕੀ ਹੋਣੀ ਹੋਏਗੀ, ਕੀ ਫੇਟ ਹੋਏਗੀ? ਔਰਤ ਆਗੂ ਹੋਣ ਦੇ ਨਾਤੇ ਕਮਲਜੀਤ ਢਿੱਲੋਂ ਕੋਲੋਂ ਜਾਣਨਾ ਚਾਹਾਂਗੇ ਕਿਉਂ ਇਸ ਬਾਰੇ ਕਿਉਂ ਔਰਤ ਨੂੰ ਰਾਖਵਾਂਕਰਨ ਦੇਣਾ ਜ਼ਰੂਰੀ ਹੈ, ਜਦੋਂ ਕਿ ਹਾਕਮ ਧਿਰ ਇਹਦੀ ਕੋਈ ਲੋੜ ਨਹੀਂ ਸਮਝਦੀ। ਢਿੱਲੋਂ ਸਾਹਿਬ ਜੀ। ਜੰਮੂ ਜੀ, ਸ਼ੁਕਰੀਆ ਨਵਾਂ ਪੰਜਾਬ ਦੇ ਦਰਸ਼ਕਾਂ ਦੇ ਸਨਮੁਖ ਕਰਨ ਲਈ। ਅੱਜ ਦਾ ਦਿਨ ਕਾਲਾ ਦਿਨ ਵੀ ਹੈ ਤੇ ਇਤਿਹਾਸਕ ਦਿਨ ਵੀ ਹੈ, ਕਿਉਂਕਿ 12 ਸਤੰਬਰ 1996 ਨੂੰ ਗੀਤਾ ਮੁਖਰਜੀ ਦੀ ਰਹਿਨਮਾਈ ਹੇਠ UPA ਗਵਰਨਮੈਂਟ ਦੀ ਸਮੇਂ ਦੇ ਵਿੱਚ 1996 ਦੇ ਵਿੱਚ ਇਹ ਬਿੱਲ ਪਾਸ ਹੋਇਆ ਸੀ ਔਰ ਇਹ ਰਾਜ ਸਭਾ ਦੇ ਵਿੱਚੋਂ ਪਾਸ ਹੋ ਚੁੱਕਿਆ ਹੈ ਤੇ ਅੱਜ ਇਸ ਬਿੱਲ ਨੂੰ ਪੇਸ਼ ਹੋਏ 25 ਵਰੇ ਹੋ ਗਏ ਨੇ। ਵੈਸੇ ਅਜੋਕੇ ਸਮਿਆਂ ਦੇ ਵਿੱਚ ਮੈਂ ਇਹ ਕਹਾਂਗੀ ਕਿ ਜਿਹੜੇ ਬਿੱਲ ਨੇ, ਜਿਹੜੇ ਕਾਨੂੰਨ ਬਣਦੇ ਨੇ, ਉਹ 1 ਮਿੰਟ ਦੇ ਫੈਸਲੇ ਦੇ ਵਿੱਚ ਕਾਨੂੰਨ ਬਣ ਜਾਂਦੇ ਨੇ। ਮੈਂ ਇਹ ਗੱਲ ਕਹਾਂਗੀ ਕਿ ਇਹ ਸਿਰਫ ਔਰਤਾਂ ਦੇ ਲਈ ਜਿਹੜਾ 33% ਰਾਖਵਾਂਕਰਨ ਨਹੀਂ ਹੈ, ਸਗੋਂ ਇਹ ਸਾਡੇ ਸਮਾਜ ਦਾ, ਸਾਡੇ ਦੇਸ਼ ਦਾ ਅੱਧ ਮੰਨੀਆਂ ਜਾਂਦੀਆਂ ਔਰਤਾਂ, ਉਹਨਾਂ ਨੂੰ ਉਹਨਾਂ ਦੇ ਹੱਕ ਤੋਂ ਜਿਹੜਾ 25 ਸਾਲ ਤੋਂ ਵਾਂਝਾ ਕੀਤਾ ਹੋਇਆ ਹੈ ਤੇ ਉਹਨਾਂ ਨੂੰ ਰਾਖਵਾਂਕਰਨ ਦੇ ਕੇ ਉਹਨਾਂ ਦੇ ਹੱਕ ਦੇ ਨੇੜੇ ਲੈ ਕੇ ਆਉਣਾ ਹੈ, ਕਿਉਂਕਿ 49% ਔਰਤਾਂ ਸਾਡੇ ਦੇਸ਼ ਦੀਆਂ ਆਬਾਦੀ ਦਾ ਹਿੱਸਾ ਹਨ। ਚਾਹੀਦਾ ਤੇ ਉਹਨਾਂ ਨੂੰ 50% ਹੈ, ਪਰ ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਜਿਹੜੇ ਐਸੇ ਪਾਰਲੀਮੈਂਟ ਬੈਠੇ ਨੇ ਜਿਹੜੇ ਔਰਤ ਵਿਰੋਧੀ ਨੇ, ਮਨੂਵਾਦੀ ਸੋਚ ਰੱਖਦੇ ਨੇ। ਮੈਂ ਇੱਥੇ ਗੱਲ ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹਾਂਗੀ ਕਿ 2014 ਦੇ ਵਿੱਚ ਜਦੋਂ ਮੋਦੀ ਸਰਕਾਰ ਦੀ ਹਜੇ ਮੋਦੀ ਜਿਹੜੀ ਗਵਰਨਮੈਂਟ ਨਹੀਂ ਸੀ ਬਣੀ, BJP ਦੀ ਗਵਰਨਮੈਂਟ ਨਹੀਂ ਸੀ ਆਈ, ਤਾਂ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਸੀ ਕਿ ਜੇਕਰ ਅਸੀਂ ਸੱਤਾ 'ਚ ਆ ਗਏ ਤਾਂ ਅਸੀਂ ਔਰਤਾਂ ਦਾ 33% ਰਾਖਵਾਂਕਰਨ ਜਿਹੜਾ ਹੈ ਉਹ ਜ਼ਰੂਰ ਦਿਆਂਗੇ। ਹੁਣ ਦੂਸਰੀ ਵਾਰ ਵੀ ਮੋਦੀ ਸਰਕਾਰ ਆ ਗਈ ਹੈ ਔਰ ਪਾਰਲੀਮੈਂਟ ਦੇ ਵਿੱਚ ਖਾਸ ਕਰਕੇ ਲੋਕ ਸਭਾ ਦੇ ਵਿੱਚ ਇਹ ਬਿੱਲ ਪੇਸ਼ ਨਹੀਂ ਹੋ ਸਕਿਆ, ਤਾਂ ਉਹ ਬਿੱਲ ਜਿਹੜਾ ਹੈ ਉਹ ਬੜੇ 1 ਮਿੰਟ ਦੇ ਜਿਹੜਾ ਹੈ ਜਿਹੜੀ ਸਾਡੀ ਲੋਕ ਸਭਾ ਚੋਂ ਪਾਸ ਹੋ ਸਕਦਾ ਹੈ। ਪਰ ਮੋਦੀ ਗਵਰਨਮੈਂਟ ਕਿਉਂਕਿ ਮਨੂਵਾਦੀ ਸਰਕਾਰ ਹੈ, ਉਹ ਔਰਤਾਂ ਦੇ ਹੱਕ ਦੀ ਗੱਲ ਨਹੀਂ ਕਰਦੀ, ਔਰਤਾਂ ਨੂੰ ਪਿੱਛੇ ਰੱਖਣਾ ਚਾਹੁੰਦੀ ਹੈ, ਔਰਤਾਂ ਨੂੰ ਜਿਹੜਾ ਹੈ ਹਮੇਸ਼ਾ ਘਰਾਂ ਦੇ ਅੰਦਰ ਉਹਨਾਂ ਦੀ ਬੰਦ ਰੱਖਣ ਦੀ ਸੋਚ ਹੈ। ਉਹ ਇਸ ਬਿੱਲ ਦੇ ਉੱਤੇ ਕੋਈ ਵਿਚਾਰ ਚਰਚਾ ਕਰਨ ਲਈ ਵੀ ਤਿਆਰ ਨਹੀਂ, ਉਹਨੂੰ ਪੇਸ਼ ਕਰਨ ਲਈ ਵੀ ਤਿਆਰ ਨਹੀਂ, ਉਹਨੂੰ ਸਿਲੈਕਟ ਕਮੇਟੀ ਦੇ ਵਿੱਚ ਡਿਸਕਸ਼ਨ ਕਰਨ ਲਈ ਤਿਆਰ ਨਹੀਂ। ਸੋ ਅੱਜ ਦਾ ਦਿਨ, ਅੱਜ ਔਰਤਾਂ ਜਿਹੜਾ ਹੈ ਜੰਤਰ ਮੰਤਰ ਦੇ ਉੱਤੇ 3 ਵਜੇ ਇਕੱਠੀਆਂ ਹੋ ਰਹੀਆਂ। ਦੇਸ਼ ਦੀਆਂ ਔਰਤਾਂ ਇਸ ਮੁੱਦੇ ਤੇ ਇਕੱਠੀਆਂ ਹੋ ਕੇ ਕਿਉਂ ਨਹੀਂ ਪਾਰਲੀਮੈਂਟ ਦੇ ਸਾਹਮਣੇ, ਵਿਧਾਨ ਸਭਾਵਾਂ ਦੇ ਸਾਹਮਣੇ ਕਿਉਂ ਨਹੀਂ ਇਹਦੇ ਉੱਪਰ ਕੋਈ ਐਕਸ਼ਨ ਕਰਦੀਆਂ? ਕੀ ਕਮੀ ਕੀ? ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦੀ ਦਰਸ਼ਕਾਂ ਨੂੰ ਕਿ ਅੱਜ 3 ਵਜੇ ਸਾਡੇ ਹਿੰਦੁਸਤਾਨ ਦੀਆਂ ਪ੍ਰਮੁੱਖ ਜਿਹੜੀਆਂ 5 ਆਰਗੇਨਾਈਜੇਸ਼ਨ ਔਰਤਾਂ ਦੀਆਂ ਤੇ ਨਾਲ ਦੀ ਨਾਲ ਸੂਬਿਆਂ ਦੇ ਵਿੱਚ ਕੰਮ ਕਰ ਰਹੀਆਂ 20 ਆਰਗੇਨਾਈਜੇਸ਼ਨ ਅੱਜ ਜੰਤਰ ਮੰਤਰ ਤੇ ਹੁਣ ਜਦੋਂ ਅਸੀਂ ਸ਼ੋਅ ਕਰ ਰਹੇ ਹਾਂ ਤੇ ਉਹ ਆਪਣੇ ਇਹਨਾਂ ਹੱਕਾਂ ਦੇ ਲਈ 33% ਰਾਖਵਾਂਕਰਨ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੀਆਂ ਨੇ।
ਅਸੀਂ ਜਿਹੜੀ ਇਸ ਦਾ ਸ਼੍ਰੇ ਜਿਹੜਾ ਹੈ ਭਾਰਤੀ ਮਹਿਲਾ ਫੈਡਰੇਸ਼ਨ ਨੂੰ ਜਾਂਦਾ ਹੈ, ਕਿਉਂਕਿ ਗੀਤਾ ਮੁਖਰਜੀ ਨੇ ਉਸ ਵੇਲੇ ਬੀਜੇਪੀ ਦੀਆਂ ਔਰਤਾਂ ਨੂੰ, ਸਪਾ ਦੀਆਂ ਔਰਤਾਂ ਨੂੰ ਔਰ ਸਾਰੀਆਂ ਲੈਫਟ ਪਾਰਟੀ ਦੀਆਂ ਔਰਤਾਂ ਨੂੰ ਇਕੱਠਾ ਕਰਕੇ ਉਸ ਅੰਦੋਲਨ ਦੀ ਗੱਲ ਕੀਤੀ ਸੀ। ਔਰ ਇਹ ਸਾਰੀਆਂ ਔਰਤਾਂ ਨੇ ਕਿਹਾ ਸੀ ਕਿ ਸਾਡਾ 33% ਰਾਖਵਾਂਕਰਨ ਜ਼ਰੂਰੀ ਹੈ, ਜਿਸ ਦੇ ਵਿੱਚ ਸੁਸ਼ਮਾ ਸਵਰਾਜ ਸੀ, ਬਰਿੰਦਾ ਕਾਰਤ ਸੀ, ਔਰ ਸਾਡੀ ਜਿਹੜੀ ਪਹਿਲੀ ਰਹੀ ਹੈਗੀ ਸਾਡੀ ਜਿਹੜੀ ਸਪੀਕਰ ਸੀ ਨਜਮਾ ਹੈਪਤੁੱਲਾ, ਉਹ ਸਾਰੀਆਂ ਨੇ ਇੱਕ ਇਕੱਠੇ ਹੋ ਕੇ ਆਵਾਜ਼ ਬੁਲੰਦ ਕੀਤੀ ਸੀ। ਤਾਂ ਪਰ ਅੱਜ ਜਿਹੜਾ ਹੈ, ਅੱਜ 12 ਸਤੰਬਰ ਨੂੰ 25 ਸਾਲ ਹੋ ਗਏ ਨੇ। ਮੈਂ ਇੱਕ ਗੱਲ ਆਪਣੇ ਦਰਸ਼ਕਾਂ ਦੇ ਹੋਰ ਸਨਮੁਖ ਕਰਨਾ ਚਾਹੁੰਦੀ ਹਾਂ ਕਿ 12 ਸਤੰਬਰ 2016 ਨੂੰ ਪਾਰਲੀਮੈਂਟ ਦੀ ਅਨੈਕਸੀ ਦੇ ਵਿੱਚ ਇੱਕ ਵੱਡਾ ਜਿਹੜਾ ਹੈ ਅੰਦੋਲਨ ਦੇ ਤਰ੍ਹਾਂ ਦਾ ਅਸੀਂ ਇੱਕ ਕਨਵੈਨਸ਼ਨ ਕੀਤੀ ਸੀ, ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਕੇ ਇਹ ਕਹਿ ਕੇ ਗਏ ਸਨ ਕਿ ਅਸੀਂ 33% ਦੇ ਰਾਖਵਾਂਕਰਨ ਦੇ ਹੱਕ 'ਚ ਹਾਂ। ਪਰ ਬੀਜੇਪੀ ਔਰ ਬਸਪਾ ਦੇ ਨੁਮਾਇੰਦੇ ਉਹਦੇ ਵਿੱਚ ਸ਼ਾਮਲ ਨਹੀਂ ਸੀ ਹੋਏ। ਸੋ ਇਸ ਕਰਕੇ ਅੱਜ ਦੇ ਦੌਰ ਦੇ ਵਿੱਚ ਕੇਵਲ ਇਹ ਔਰਤਾਂ ਨੂੰ ਹੀ ਹੱਕ ਦੇਣਾ ਨਹੀਂ ਹੈ, ਸਗੋਂ ਸਮਾਜ ਦੇ ਅੱਧ ਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਇਹਨੂੰ ਲੱਗਦਾ ਵੀ ਇਸ ਮੁੱਦੇ ਤੇ ਕੋਈ ਬੀਜੇਪੀ ਜਲਦੀ ਕਿਤੇ ਮੰਨ ਜਾਏਗੀ? ਬੀਜੇਪੀ ਜਿਹਨੇ ਜਦੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਉਦੋਂ ਕਿਹਾ ਸੀਗਾ ਕਿ 2 ਮਿੰਟ ਦੇ ਵਿੱਚ ਪਾਸ ਹੋਊਗਾ, ਇਹ ਬਿੱਲ ਪਾਸ ਕੀਤਾ ਜਾ ਸਕਦਾ। ਜਿਵੇਂ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਆਰਡੀਨੈਂਸ ਲਿਆਂਦਾ ਗਿਆ, ਬਿੱਲ ਪਾਸ ਕੀਤਾ ਗਿਆ, ਰਾਜ ਸਭਾ ਚੋਂ ਜਿਵੇਂ ਪਾਸ ਕਰਵਾਇਆ ਗਿਆ। ਮੇਰਾ ਖਿਆਲ ਬੀਜੇਪੀ ਦੀ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ ਕੋਈ ਦਿਲਚਸਪੀ ਨਹੀਂ ਲੱਗਦੀ, ਇਸ ਕਰਕੇ ਬਿੱਲ ਜਿਹੜਾ ਇਹ ਰੁਕਿਆ, ਇਹਦੇ ਤੇ ਕੋਈ ਕਾਰਵਾਈ ਜਿਹੜੀ ਨਹੀਂ ਹੋ ਰਹੀ। ਬਿਲਕੁਲ ਜੰਮੂ ਜੀ, ਤੁਸੀਂ ਠੀਕ ਕਹਿ ਰਹੇ ਹੋ। ਬੀਜੇਪੀ ਦੀ ਇਹਦੇ ਵਿੱਚ ਮਨਸ਼ਾ ਨਹੀਂ ਹੈ, ਕਿਉਂਕਿ ਉਹ ਇਹ ਸੋਚਦੀ ਹੈ, ਉਸਦੀ ਜਿਹੜੀ ਸੋਚ ਹੈ ਉਹ ਔਰਤ ਵਿਰੋਧੀ ਹੈ। ਉਹ ਇਹ ਤਾਂ ਨਾਅਰੇ ਤਾਂ ਲਾਉਂਦੀ ਹੈ, ਜੁਮਲੇ ਤਾਂ ਇਹ ਕੱਸਦੀ ਹੈ ਕਿ ਬੇਟੀ ਬਚਾਓ ਬੇਟੀ ਪੜਾਓ, ਪਰ ਔਰਤਾਂ ਨੂੰ ਸੰਸਦ ਦੇ ਵਿੱਚ ਜਿਹੜਾ ਹੈ ਉਹ ਦੇਖਣਾ ਨਹੀਂ ਚਾਹੁੰਦੀ। ਮੈਂ ਇੱਕ ਗੱਲ ਹੋਰ ਇਸ ਦੇ ਨਾਲ ਹੀ ਜੋੜ ਕੇ ਗੱਲ ਕਰਨਾ ਚਾਹੁੰਦੀ ਹਾਂ ਕਿ 26 ਜੁਲਾਈ ਨੂੰ ਤੇ 9 ਅਗਸਤ ਨੂੰ ਕਿਸਾਨਾਂ ਨੇ ਮਹਿਲਾ ਸੰਸਦ ਕੀਤੀ, ਉਹ ਵੀ ਸੰਸਦ ਦੇ ਪਾਰਲੀਮੈਂਟ ਦੇ ਬੂਹੇ ਦੇ ਉੱਤੇ ਜੰਤਰ ਮੰਤਰ ਦੇ ਵਿੱਚ। ਔਰਤਾਂ ਨੇ ਪਹਿਲੀ ਵਾਰੀ ਇਹ ਦਿਖਾ ਦਿੱਤਾ ਸਰਕਾਰ ਨੂੰ ਕਿ ਔਰਤਾਂ ਚੁੱਲ੍ਹਾ ਵੀ ਚਲਾ ਸਕਦੀਆਂ ਔਰ ਸੰਸਦ ਵੀ ਚਲਾ ਸਕਦੀਆਂ। ਇਸ ਦੇ ਨਾਲ ਜਿਹੜੀ ਹੈ, ਜਦੋਂ ਜਨ ਸਧਾਰਨ ਦੀ ਔਰਤ ਜਾਏਗੀ ਉਹ ਸੰਸਦ ਦੇ ਵਿੱਚ ਘੱਟੋ ਘੱਟ ਉਹ ਔਰਤ ਵਿਰੋਧੀ ਜਿਹੜੇ ਸਾਡੇ ਮੁੱਦੇ ਨੇ ਉਹ ਜਿਹੜਾ ਹੈ ਉਹਦੇ ਵਿਰੁੱਧ ਹੀ ਲੜੇਗੀ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪੰਚਾਇਤੀ ਰਾਜ ਦੇ ਵਿੱਚ ਬਹੁਤ ਵਾਰੀ ਕਿਹਾ ਜਾਂਦਾ ਹੈ ਕਿ ਔਰਤਾਂ ਜਿਹੜੀ ਠੀਕ ਭੂਮਿਕਾ ਅਦਾ ਨਹੀਂ ਕਰਦੀਆਂ, ਪਰ ਪੰਚਾਇਤੀ ਰਾਜ ਦੇ ਵਿੱਚ ਬਹੁਤ ਸਾਰੇ ਜਿਹੜੇ ਰਾਜਾਂ ਦੇ ਵਿੱਚ 50% ਤੇ ਕੁਝ ਰਾਜਾਂ ਦੇ ਵਿੱਚ 33% ਜਿਹੜਾ ਹੈ ਰਾਖਵਾਂਕਰਨ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ, ਪੰਚਾਇਤਾਂ ਦੇ ਵਿੱਚ ਉਹਨਾਂ ਨੇ ਜਦੋਂ ਅਸੀਂ ਇਹ ਸਰਵੇ ਕੀਤਾ ਤਾਂ ਉਹਦੇ ਵਿੱਚ ਜਿਹੜੀਆਂ ਸਾਡੀਆਂ ਔਰਤਾਂ ਸਨ, ਜਿਹੜੀਆਂ ਖਾਸ ਕਰਕੇ ਨੌਜਵਾਨ ਸਰਪੰਚ ਬਣੀਆਂ ਔਰਤਾਂ, ਉਹਨਾਂ ਨੇ ਬਹੁਤ ਸਾਰੇ ਜਿਹੜੇ ਹੈ ਚੰਗੇ ਕੰਮ ਕੀਤੇ ਔਰ ਉਹਨਾਂ ਦਾ ਨੋਟਸ ਲਿਆ ਸਾਡੀ ਮੀਡੀਆ ਨੇ। ਤਾਂ ਇਸ ਕਰਕੇ ਔਰਤਾਂ ਨੂੰ ਅੱਗੇ ਆਉਣ ਦੇ ਮੌਕੇ ਜ਼ਰੂਰ ਦੇਣੇ ਚਾਹੀਦੇ ਆ, ਉਹਦੇ ਵਿੱਚ ਉਹ ਸਿੱਖਣਗੀਆਂ, ਉਹਦੇ ਵਿੱਚ ਲੀਡਰਸ਼ਿਪ ਚਾਹਣਗੀਆਂ। ਅੱਜ ਦੀ ਔਰਤ ਜਿਹੜੀ ਹੈ ਉਹ ਕੇਵਲ ਚੁੱਲ੍ਹੇ ਤੱਕ ਸੀਮਤ ਨਹੀਂ ਹੈ। ਸੋ ਇਸ ਕਰਕੇ ਅੱਜ ਕੋਈ ਵੀ, ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਬਿੱਲ 25 ਸਾਲ ਪਾਰਲੀਮੈਂਟ ਦੇ 70 ਤੇ ਪਿਆ ਰਵੇ ਤੇ ਉਹਨੂੰ ਕੋਈ ਵੀ ਪਾਰਟੀ ਜਿਹੜੀ ਹੈ ਇਸ ਗੱਲ ਲਈ ਆਪਣਾ ਅੱਗੇ ਆਗੂ ਰੋਲ ਅਦਾ ਨਾ ਕਰੇ। ਈਵਨ ਕਿ ਕਾਂਗਰਸ ਦੀ ਸਰਕਾਰ ਵੀ 2014 ਤੱਕ ਰਹੀ ਹੈ, ਉਸਨੇ ਵੀ ਆਪਣੇ ਉਸ ਦੇ ਵਿੱਚ ਜਿਹੜਾ ਹੈ ਕੋਈ ਕੋਸ਼ਿਸ਼ ਨਹੀਂ ਕੀਤੀ। ਸੋ ਅੱਜ 25 ਸਾਲ ਅਸੀਂ ਜਿਹੜਾ ਹੈ 1/4 ਸਾਡਾ ਜਿਹੜਾ ਅਸੀਂ ਜੰਮੂ ਜੀ ਕਹਿਣਾ ਚਾਹੁੰਦੇ ਕਿ 75ਵਾਂ ਵਰ੍ਹਾ ਸ਼ੁਰੂ ਹੋ ਗਿਆ ਆਜ਼ਾਦੀ ਦਾ, ਜਿਸ ਦੇ ਵਿੱਚ 75 ਸਾਲਾਂ ਦੇ ਵਿੱਚ 1/4 ਔਰਤਾਂ, ਜਿਹੜਾ 1/4 ਹਿੱਸੇ ਦੇ ਵਿੱਚ ਔਰਤਾਂ ਲੜ ਰਹੀਆਂ ਹੈ ਕਿ ਸਾਨੂੰ 33% ਰਾਖਵਾਂਕਰਨ ਤਾਂ ਦਿੱਤਾ ਜਾਏ। ਸੋ ਇਸ ਕਰਕੇ ਇਹ ਲੜਾਈ ਹੈ। ਅੱਜ ਦੇ ਦਿਨ ਔਰਤਾਂ ਫਿਰ ਉੱਚੀ ਆਵਾਜ਼ ਬੁਲੰਦ ਕਰ ਰਹੀਆਂ ਹੈ ਕਿ ਸਾਡੀ ਇਸ ਮੰਗ ਨੂੰ, ਕਿਉਂਕਿ ਇਹਦੇ ਨਾਲ ਔਰਤਾਂ ਦੀ ਸਿਹਤ, ਔਰਤਾਂ ਦੀ ਸੁਰੱਖਿਆ, ਔਰਤਾਂ ਦੇ ਜਿਹੜੇ ਜੈਂਡਰ ਇਸ਼ੂਜ਼ ਹੈ, ਜਿਹੜੇ ਉਹਨਾਂ ਦੇ ਲਿੰਗ ਭੇਦ ਦੇ ਜਿਹੜੇ ਇਸ਼ੂਜ਼ ਹੈ, ਤੁਸੀਂ ਆਪ ਦੇਖਿਆ ਹੋਣਾ ਹੈ ਕਿ ਕਿੰਨੀਆਂ ਹਾਥਰਸ ਦਾ ਕੇਸ ਹੁਣੇ ਵਾਪਰਿਆ, ਆਸਫਾ ਦਾ ਕੇਸ ਵਾਪਰਿਆ,
ਜਿਹੜਾ ਸਾਡਾ ਅਨਾਓ ਦਾ ਕੇਸ ਵਾਪਰਿਆ ਹੁਣੇ ਹੀ ਦਿੱਲੀ ਦੇ ਵਿੱਚ ਗੁੜੀਆ ਜਿਹੜੀ ਛੋਟੀ ਬੱਚੀ ਸੀ, ਜਿਹੜੀਆਂ ਸਾਡੀਆਂ ਬੱਚੀਆਂ ਦਾ ਰੇਪ ਹੈ, ਉਹਨੂੰ ਸ਼ਮਸ਼ਾਨ ਘਾਟ ਦੇ ਵਿੱਚ ਰੇਪ ਕੀਤਾ ਗਿਆ। ਹੁਣੇ ਪਿੱਛੇ ਹੀ ਸਾਡੀ ਇੱਕ ਜਿਹੜੀ ਪੁਲਿਸ ਫੋਰਸ ਦੇ ਵਿੱਚ ਔਰਤ ਸੀ, ਉਸ ਦਾ ਰੇਪ ਕੀਤਾ ਗਿਆ। ਔਰਤਾਂ ਸਾਡੇ ਦੇਸ਼ ਦੇ ਵਿੱਚ ਸੁਰੱਖਿਅਤ ਨਹੀਂ ਹੈ। ਜਿਹੜਾ ਸਾਡਾ UNO ਦਾ ਡਾਟਾ ਹੈ ਉਹ ਇਹ ਕਹਿ ਰਿਹਾ ਹੈ ਕਿ ਹਿੰਦੁਸਤਾਨ ਔਰਤਾਂ ਦੇ ਲਈ ਸਭ ਤੋਂ ਅਨਸੇਫ ਜਗ੍ਹਾ ਹੈ, ਤੇ ਇਸ ਕਰਕੇ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਤੇ ਅਸੈਂਬਲੀਜ਼ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਢਿੱਲੋਂ ਜੀ, ਮੈਂ ਇੱਕ ਗੱਲ ਤੈਨੂੰ ਕਹਿਣਾ ਚਾਹੁੰਦਾ ਕਿ ਇਸ ਵੇਲੇ ਜਿਹੜੇ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਅੰਦੋਲਨ ਚੱਲ ਰਿਹਾ, ਉਹ ਔਰਤ ਉਹਨਾਂ ਦਾ ਇੱਕ ਵੱਡਾ ਹਿੱਸਾ ਹੈ। ਉਹ ਮਰਦਾਂ ਦੇ ਨਾਲ, ਕਿਸਾਨਾਂ ਭਰਾਵਾਂ ਦੇ ਨਾਲ ਮੋਢਾ ਢਾ ਕੇ ਚੱਲ ਰਹੀ ਹੈ, ਤੇ ਉਹਦੇ ਵਿੱਚ ਇਸ ਅੰਦੋਲਨ ਦੀ ਸਫਲਤਾ ਲਈ ਔਰਤ ਇੱਕ ਬਹੁਤ ਵੱਡਾ ਯੋਗਦਾਨ ਨਿਭਾ ਰਹੀ ਹੈ। ਭਾਵੇਂ ਉਹ ਕਰਨਾਲ ਦੇ ਵਿੱਚ ਸੀ, ਭਾਵੇਂ ਮੁਜ਼ੱਫਰ ਨਗਰ ਦੇ ਵਿੱਚ ਸੀ, ਭਾਵੇਂ ਤਿੰਨਾਂ ਥਾਵਾਂ ਦੇ ਉੱਪਰ ਟਿੱਕਰੀ, ਸਿੰਘੂ ਤੇ ਗਾਜੀਪੁਰ ਜਾਂ ਚੌਥੀ ਥਾਂ ਦੇ ਜਿਹੜੇ ਚਾਰੇ ਥਾਵਾਂ ਦੇ ਉੱਪਰ ਅੰਦੋਲਨ ਚੱਲ ਰਿਹਾ, ਜਾਂ ਪੰਜਾਬ ਦੇ ਵਿੱਚ 70-75 ਥਾਂ ਜਾਰੀ ਰੱਖਣਾ ਚਾਹਨੀ ਹੈ। ਹਾਂਜੀ, ਰੱਖੋ ਜੀ, ਰੱਖੋ। ਠੀਕ ਹੈ ਕਿ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਅੰਦੋਲਨ ਦੇ ਵਿੱਚ ਔਰਤਾਂ ਦੀ ਬਹੁਤ ਵੱਡੀ ਭੂਮਿਕਾ ਹੈ, ਤਾਂ ਇਸ ਨੇ ਦਰਸਾ ਦਿੱਤਾ ਹੈ ਇਹ ਇੱਕ ਸੋਸ਼ਲ ਰੈਲੇਵੈਂਸ ਹੈ, ਖਾਸ ਕਰਕੇ ਸੋਸ਼ਲ ਚੇਂਜ ਹੈ। ਇਹ ਔਰਤਾਂ ਨੇ ਕਿਸਾਨ ਅੰਦੋਲਨ ਰਾਹੀਂ ਦਿਖਾ ਦਿੱਤਾ ਹੈ ਕਿ ਉਹ ਲੀਡਰਸ਼ਿਪ ਚ ਆ ਸਕਦੀਆਂ ਨੇ। ਉਹ ਹਰ ਮੁਹਿੰਮ ਦੇ ਵਿੱਚ ਜਿਹੜਾ ਹੈ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਨੇ। ਸ਼ਾਇਦ ਇਹ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ 8 ਮਾਰਚ 2021 ਨੂੰ ਜਦੋਂ 8 ਮਾਰਚ ਮਨਾਇਆ ਜਾ ਰਿਹਾ ਸੀ, ਤੇ ਉਹਦੇ ਵਿੱਚ 50,000 ਤੋਂ ਵੱਧ ਔਰਤਾਂ ਜਿਹੜੀਆਂ ਕਿਸਾਨ ਜਿਹੜੇ ਸਾਡੇ ਮੋਰਚੇ ਲੱਗੇ ਹੋਏ ਆ ਉਹਦੇ ਤੇ ਇਕੱਠੀਆਂ ਹੋਈਆਂ, ਔਰ ਉਹਨਾਂ ਨੇ ਇੱਕ ਆਵਾਜ਼ ਹੋ ਕੇ ਪਾਰਟੀ ਦੀਆਂ ਜਿਹੜੀਆਂ ਪੋਲਿਟਿਕਸ ਹੁੰਦੀ ਹੈ, ਆਈਡੀਓਲੋਜੀ ਆ, ਉਹ ਤੋਂ ਉੱਪਰ ਉੱਠ ਕੇ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਦਾ ਹਿੱਸਾ ਹੈ, ਸਾਨੂੰ ਸਾਡੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਕੁਝ ਹੱਕ ਨੇ ਕਿਸਾਨੀ ਦੇ ਤੌਰ ਤੇ, ਜੈਂਡਰ ਦੇ ਤੌਰ ਤੇ। ਸੋ ਇਹ ਕਿਸੇ ਵੀ ਅੰਦੋਲਨ ਦੇ ਵਿੱਚ, ਜਿਵੇਂ ਕਿ ਸਾਡੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਸਾਰੀਆਂ ਔਰਤਾਂ ਕੁੱਦੀਆਂ, ਬਹੁਤ ਸਾਰੀਆਂ ਔਰਤਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਇਸ ਕਰਕੇ ਔਰ ਅੱਜ ਦੇ ਜਿਹੜਾ ਡੈਮੋਕ੍ਰੈਟਿਕ ਯੁੱਗ ਦੇ ਵਿੱਚ, ਗਲੋਬਲੀ ਯੁੱਗ ਦੇ ਵਿੱਚ ਔਰਤਾਂ ਨੂੰ ਹੱਕ ਦੇਣਾ, ਸਮਾਜ ਨੂੰ ਹੱਕ ਦੇਣਾ ਹੈ। ਔਰਤਾਂ ਨੂੰ ਹੱਕ ਦੇਣਾ ਸਾਡੇ ਸਮਾਜ ਦੀ, ਇਹ ਕਿਹਾ ਜਾਂਦਾ ਹੈ, ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿਹਾ ਸੀ ਕਿ ਜੇਕਰ ਕਿਸੇ ਸਮਾਜ ਦੀ ਉન્નਤੀ ਦਾ ਅਸੀਂ ਪੱਧਰ ਦੇਖਣਾ ਹੈ ਤੇ ਔਰਤਾਂ ਦੇ ਪੱਧਰ ਤੋਂ ਦੇਖਿਆ ਜਾ ਸਕਦਾ, ਉਸਦੇ ਸਮਾਜਿਕ ਪੱਧਰ ਤੋਂ ਦੇਖਿਆ ਜਾ ਸਕਦਾ, ਉਸਦੇ ਆਰਥਿਕ ਪੱਧਰ ਤੋਂ ਦੇਖਿਆ ਜਾ ਸਕਦਾ ਹੈ, ਉਹਦੀ ਸੱਭਿਆਚਾਰਕ ਪਛਾਣ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ। ਸੋ ਇਸ ਕਰਕੇ ਅੱਜ ਜਦੋਂ ਅਸੀਂ ਔਰਤਾਂ ਦੇ ਲਈ 33% ਰਾਖਵਾਂਕਰਨ ਦੀ ਗੱਲ ਕਰ ਰਹੇ ਹਾਂ, ਤਾਂ ਇਹ ਸਰਕਾਰ ਨੂੰ ਔਰਤਾਂ ਦੀ ਫਾਈਟ ਤੋਂ ਬਿਨਾਂ ਹੀ ਜਿਹੜਾ ਬਿੱਲ ਪਾਸ ਕਰ ਦੇਣਾ ਚਾਹੀਦਾ ਸੀ, ਤੇ ਇਹ ਬੜੀ ਮੰਦਭਾਗੀ ਗੱਲ ਹੈ। ਔਰ ਖਾਸ ਕਰਕੇ ਬੀਜੇਪੀ ਗਵਰਨਮੈਂਟ ਲਈ, ਜਿਹੜੀ ਕਿ ਹਮੇਸ਼ਾ ਹੀ ਇਹ ਜੁਮਲੇ ਕੱਸਦੀ ਹੈ ਕਿ ਅਸੀਂ ਔਰਤਾਂ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਹਾਂ, ਜਦੋਂ ਕਿ ਔਰਤਾਂ ਇੰਪਲਾਇਮੈਂਟ ਦੇ ਵਿੱਚ ਪਿੱਛੇ ਨੇ, ਔਰਤਾਂ ਸਿਹਤ ਸਹੂਲਤਾਂ ਦੇ ਵਿੱਚ। ਮੈਂ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਦੇ ਟੂਰ ਤੇ ਸੀ, ਉੱਥੇ ਮੈਨੂੰ 2 ਔਰਤਾਂ ਮਿਲੀਆਂ ਜਿਨ੍ਹਾਂ ਨੇ ਕਿਹਾ ਕਿ ਸਾਡੀ ਇੱਕ ਭਰਜਾਈ ਨੂੰ ਅਸੀਂ 3 ਕਿਲੋਮੀਟਰ ਮੋਢਿਆਂ ਤੇ ਚੱਕ ਕੇ ਜਿਹੜਾ ਹੈ ਅਸੀਂ ਹਸਪੀਟਲ ਲੈ ਜਾਣਾ ਸੀ, ਤੇ ਉਸਦਾ ਬੱਚਾ ਇੱਕ ਬੱਸ ਸਟੈਂਡ ਤੇ ਪੈਦਾ ਹੋ ਗਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹਾਲਤਾਂ ਨੇ, ਉਹਨਾਂ ਦੇ ਬਾਰੇ ਜਾਗਰੂਕ ਕਰਨ ਲਈ ਔਰਤਾਂ ਆਪਣੇ ਤੌਰ ਤੇ ਸੰਗਠਨ ਦੇ ਵਿੱਚ ਹਿੱਸਾ ਵੀ ਪਾ ਰਹੀਆਂ ਨੇ। ਜਦੋਂ ਉਹ ਪਾਰਲੀਮੈਂਟ ਜਾਣਗੀਆਂ ਤੇ ਜ਼ਰੂਰ ਔਰਤਾਂ ਦੀ ਦਸ਼ਾ ਤੇ ਦਿਸ਼ਾ ਬਦਲੇਗੀ। ਇਸ ਦੇਸ਼ ਦੇ ਵਿੱਚ ਮੇਰਾ ਖਿਆਲ 80 ਕਰੋੜ ਤੋਂ ਵੱਧ ਲੋਕ ਜਿਹੜੇ ਗਰੀਬੀ ਰੇਖਾ ਦੇ ਹੇਠਾਂ ਰਹਿ ਰਹੇ, ਜਿਨ੍ਹਾਂ ਨੂੰ 5 ਕਿਲੋ ਅਨਾਜ ਜਿਹੜਾ ਦਿੱਤਾ ਜਾ ਰਿਹਾ, ਤੇ ਉਹਦੇ ਵਿੱਚ ਚੇਤਨਤਾ ਦਾ ਕੀ ਲੈਵਲ ਹੋਏਗਾ। ਜੇ ਉਹ ਚੇਤਨਤਾ ਵਧਾਉਣੀ ਹੈ, ਉਸ ਜਿਹੜੇ ਸਮਾਜ ਨੂੰ ਵੀ ਬਰਾਬਰਤਾ ਦੇ ਵਿੱਚ ਲਿਆਉਣਾ ਹੈ, ਉਹਦੇ ਵਿੱਚ ਔਰਤਾਂ ਦਾ ਇੱਕ ਅਹਿਮ ਭੂਮਿਕਾ ਹੋ ਸਕਦੀ, ਅਹਿਮ ਯੋਗਦਾਨ ਹੋ ਸਕਦਾ। ਜਦੋਂ ਅਸੀਂ ਪੰਚਾਇਤਾਂ ਦੇ ਵਿੱਚ, ਅਸੀਂ ਨਗਰ ਕੌਂਸਲ ਦੇ ਵਿੱਚ, ਇਹ ਜਿਹੜੇ ਦੋਨੇ ਅਦਾਰੇ ਨੇ, ਪੰਚਾਇਤੀ ਅਦਾਰੇ ਤੇ ਸਥਾਨਕ ਸਰਕਾਰਾਂ ਦੇ ਅਦਾਰੇ, ਉਹਦੇ ਵਿੱਚ 50% ਰਾਖਵਾਂਕਰਨ ਦੇ ਦਿੱਤਾ ਹੈ, ਤਾਂ ਇਹਦੇ ਵਿੱਚ ਦੇਣ ਚ ਕੀ ਦਿੱਕਤ ਕੀ ਹੈ, ਕਿੱਥੇ ਸਮੱਸਿਆ ਆ ਰਹੀ ਹੈ, ਤੁਸੀਂ ਕੀ ਸੋਚਦੇ? ਉਹਨਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ, ਪੰਜਾਬ ਦੇ ਵਿੱਚ ਅਨੇਕਾਂ ਪਿੰਡ ਮਿਲਦੇ, ਹਰਿਆਣੇ ਦੇ ਵਿੱਚ ਅਨੇਕਾਂ ਪਿੰਡ ਨੇ ਜਿੱਥੇ ਔਰਤਾਂ ਬਹੁਤ ਹੀ ਵਧੀਆ ਰੋਲ ਨਿਭਾ ਰਹੀਆਂ ਨੇ। ਇਹ ਠੀਕ ਹੈ, ਕਈ ਪਿੰਡ ਉਹ ਹੋ ਸਕਦੇ ਆ ਜਿੱਥੇ ਔਰਤਾਂ ਦੇ ਜਿਹੜੇ ਪਤੀ ਆ ਪ੍ਰੋਕਸੀ ਰਾਹੀਂ ਜਿਹੜਾ ਕੰਮ ਕਰਦੇ ਆ,
ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਔਰਤਾਂ ਜਿਹੜੀਆਂ ਬਹੁਤ ਅੱਗੇ ਆਈਆਂ, ਜਿਨ੍ਹਾਂ ਨੇ ਮਤਲਬ ਵਧੀਆ ਕਿਸਮ ਦੇ ਕੰਮ ਕਰਕੇ ਨਾਮਣਾ ਖੱਟਿਆ। ਤੇ ਜੇ ਪਾਰਲੀਮੈਂਟਾਂ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਵੀ ਔਰਤਾਂ ਨੂੰ ਬਰਾਬਰ ਦਾ ਯੋਗਦਾਨ ਮਿਲ ਜਾਏ, ਮਤਲਬ ਸ਼ੁਰੂਆਤ 33% ਨਾਲ ਹੋ ਜਾਏ ਜਾਂ 30% ਨਾਲ ਹੋ ਜਾਏ, ਉਹਦੇ ਨਾਲ ਵੀ ਮੇਰਾ ਖਿਆਲ ਇਹਨਾਂ ਅਦਾਰਿਆਂ ਦਾ ਜਿਹੜਾ ਕੰਮਕਾਜ ਆ ਉਹਦੇ 'ਚ ਸੁਧਾਰ ਆਉਣ ਦੀ ਸੰਭਾਵਨਾ ਹੈਗੀ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਬਿਲਕੁਲ ਜੰਮੂ ਜੀ, ਮੈਂ ਤੁਹਾਡੀ ਰਾਏ ਨਾਲ ਮੁਤਫਿਕ ਹਾਂ ਕਿ ਤੁਹਾਡੀ ਇਹ ਜਿਹੜਾ ਸਾਰੇ ਦਾ ਸਾਰਾ ਆਪਾਂ ਡਿਸਕਸ਼ਨ ਕਰ ਰਹੇ ਹਾਂ, ਇਹ ਬਹੁਤ ਜ਼ਰੂਰੀ ਹੈ। ਇਹਦੇ ਨਾਲ ਕੇਵਲ ਪਾਰਲੀਮੈਂਟ ਦਾ ਇੱਕ ਚਿਹਰਾ ਮੋਹਰਾ, ਇੱਕ ਜਿਹੜਾ ਜੈਸਚਰ ਟੈਕਸਚਰ ਆ ਉਹ ਤਾਂ ਬਦਲੇਗਾ ਹੀ, ਪਰ ਕਿਉਂਕਿ ਜਿਹੜੀ ਪੈਟਰੀਆਰਕਲ ਮਾਈਂਡਸੈਟ, ਜਿਹੜੀ ਪਿੱਤਰ ਸੱਤਾ ਵਾਲਾ ਜਿਹੜਾ ਸਾਡਾ ਦਿਮਾਗ ਹੈ, ਉਹਦੇ ਵਿੱਚ ਜੇ ਔਰਤਾਂ ਜਿਉਂਦੀਆਂ ਨੇ, ਮਰਦ ਵੀ ਉਹਦੇ ਵਿੱਚ ਜਿਉਂਦੇ ਨੇ, ਤੇ ਉਹ ਆਪਣੀ ਜਿਹੜੀ ਇੱਕ ਜਿਹੜੀ ਸੁਪਰਮੇਸੀ ਆ ਉਹ ਛੱਡਣਾ ਨਹੀਂ ਚਾਹੁੰਦੇ। ਦੂਸਰੀ ਗੱਲ ਇਹ ਹੈ ਕਿ ਕੋਈ ਛੱਡੇ ਜਾਂ ਨਾ ਛੱਡੇ, ਜੇਕਰ ਸਰਕਾਰਾਂ ਆਪਣੇ ਤੌਰ ਤੇ ਮੰਨ ਲੈਣ ਕਿ ਅਸੀਂ ਔਰਤਾਂ ਨੂੰ ਬਰਾਬਰ ਦਾ ਹੱਕ ਦੇਣਾ ਹੈ, ਇਹ ਡੈਮੋਕ੍ਰੇਟਿਕ ਕੰਟਰੀ ਹੈ, ਔਰ ਅਸੀਂ ਜਿਹੜਾ ਹੈ, ਜਦੋਂ ਅਸੀਂ ਸੰਵਿਧਾਨ ਦੀ ਪ੍ਰੀਐਂਬਲ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਵੀ ਦਾ ਪੀਪਲ ਆਫ ਇੰਡੀਆ, ਹਮ ਭਾਰਤ ਕੇ ਲੋਕ, ਤਾਂ ਉਹਦੇ ਵਿੱਚ ਔਰਤਾਂ ਵੀ 50% ਨੇ। ਕੀ ਉਹਨਾਂ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਜਾ ਰਹੀ ਹੈ? ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਜ਼ਰੂਰੀ ਹੈ ਔਰਤਾਂ ਨੂੰ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਜਿਹੜੀ ਹੈ ਆਪਣਾ ਨੁਮਾਇੰਦਗੀ ਦੇਣਾ। ਇਹ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਸਰਕਾਰਾਂ ਨੇ, ਸਾਡੀਆਂ ਸਟੇਟ ਗਵਰਨਮੈਂਟ ਨੇ, ਅਸੀਂ ਉਹਨਾਂ ਕੋਲ ਅਪਰੋਚ ਕਰ ਰਹੇ ਹਾਂ ਕਿ ਤੁਸੀਂ, ਕਿਉਂਕਿ ਇਹ ਸੈਂਟਰ ਦਾ ਸਬਜੈਕਟ ਹੈ, ਤੇ ਜਿਹੜਾ ਸੈਂਟਰ ਦਾ ਸਬਜੈਕਟ ਹੋਣ ਕਰਕੇ ਇਹ ਕਾਨੂੰਨ ਪਾਰਲੀਮੈਂਟ ਦੇ ਵਿੱਚ ਹੀ ਪਾਸ ਹੋਣਾ ਹੈ। ਅਸੀਂ ਮੋਦੀ ਸਰਕਾਰ ਨੂੰ ਇਹ ਬੇਨਤੀ ਕਰਾਂਗੇ, ਅਸੀਂ ਜ਼ੋਰ ਦੇ ਕੇ ਕਹਾਂਗੇ ਕਿ ਆਉਣ ਵਾਲੇ 70 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਨੂੰ ਲਿਆਂਦਾ ਜਾਏ, ਉਹਦੇ ਤੇ ਭਰਪੂਰ ਡਿਸਕਸ਼ਨ ਹੋਏ ਔਰ ਇਸ ਨੂੰ ਪਾਸ ਕੀਤਾ ਜਾਏ। ਅਸੀਂ 75ਵਾਂ ਵਰ੍ਹਾ ਆਪਣੀ ਆਜ਼ਾਦੀ ਦਾ ਮਨਾਉਣ ਜਾ ਰਹੇ ਹਾਂ, ਪਰ ਇਹਦੇ ਵਿੱਚ ਸਾਡੀਆਂ ਜਿਹੜੀਆਂ 50% ਔਰਤਾਂ ਹੀ ਇਸ ਦੇਸ਼ ਦੀਆਂ ਪਿੱਛੇ ਨੇ, ਤੇ ਉਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ? ਉਹ ਆਜ਼ਾਦੀ ਨਹੀਂ ਹੈ, ਸਿਰਫ ਇੱਕ ਅਸੀਂ ਜੁਮਲੇ ਦੇ ਤੌਰ ਤੇ ਗੱਲ ਕਰ ਰਹੇ ਹਾਂ। ਸੋ ਅੱਜ ਔਰਤਾਂ ਜੰਤਰ ਮੰਤਰ ਦੇ ਦਿੱਲੀ ਦੇ ਵਿੱਚ ਸਾਰੇ ਦੇਸ਼ ਚੋਂ ਇਕੱਠੀਆਂ ਹੋਈਆਂ ਨੇ, ਉਹ ਇੱਕ ਹੋ ਕੇ ਆਵਾਜ਼ ਬੁਲੰਦ ਕਰ ਰਹੀਆਂ ਨੇ, ਪਾਰਟੀਆਂ ਤੋਂ ਉੱਪਰ ਉੱਠ ਕੇ, ਕਿ ਇਹ 33% ਰਾਖਵਾਂ ਕਾਰਨ ਆਉਣ ਵਾਲੇ ਜਿਹੜਾ ਸਾਡਾ ਸਰਦ ਰੁੱਤ ਦਾ ਸੈਸ਼ਨ ਹੈ ਉਹਦੇ ਵਿੱਚ ਪਾਸ ਕੀਤਾ ਜਾਏ, ਤਾਂ ਕਿ ਅਸੀਂ 75ਵੀਂ ਸਾਲਗਿਰਾ ਦੇ ਉੱਤੇ ਔਰਤਾਂ ਨੂੰ ਉਹਨਾਂ ਦਾ ਬਣਦਾ ਹੱਕ ਦੇ ਸਕੀਏ। ਢਿੱਲੋਂ ਜੀ, ਇੱਕ ਗੱਲ ਹੋਰ ਦੇਖਣ ਵਾਲੀ ਹੈ, ਜਿਹੜੀਆਂ ਅਸੀਂ ਖਾਸ ਕਰਕੇ ਖੇਤ ਮਜ਼ਦੂਰ ਔਰਤਾਂ ਨੇ ਤੇ ਖੇਤ ਮਜ਼ਦੂਰ ਨੇ, ਉਹਨਾਂ ਦੇ ਵਿੱਚ ਜਿਹੜੀ ਦਿਹਾੜੀ ਦੇਣ ਦਾ ਮਾਮਲਾ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਘੱਟ ਦਿਹਾੜੀ ਮਿਲਦੀ ਹੈ, ਜਦੋਂ ਕਿ ਕੰਮ ਦੋਨੇ ਤਰ੍ਹਾਂ ਬਰਾਬਰ ਕਰਦੀਆਂ। ਇਹ ਇੱਕ ਵਿਤਕਰਾ, ਇੱਕ ਡਿਸਕ੍ਰਿਮੀਨੇਸ਼ਨ। ਇਹ ਨਹੀਂ ਪਹਿਲੇ ਦੌਰ ਦੇ ਵਿੱਚ ਇਹਦੇ ਖਿਲਾਫ ਨਹੀਂ ਆਵਾਜ਼ ਉੱਠਣੀ ਚਾਹੀਦੀ ਵੀ ਦੋਨਾਂ ਨੂੰ ਬਰਾਬਰ ਦੀ ਦਿਹਾੜੀ ਦਿੱਤੀ ਜਾਵੇ? ਬਿਲਕੁਲ ਜੰਮੂ ਜੀ, ਇਹਦੇ ਬਾਰੇ ਔਰਤਾਂ ਸਮੇਂ-ਸਮੇਂ ਆਪਣੀ ਆਵਾਜ਼ ਬੁਲੰਦ ਕਰਦੀਆਂ ਨੇ, ਤੇ ਬਰਾਬਰ ਦੀ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ, ਜਦੋਂ ਜਿਹੜੀ ਸਾਡੀ ਅੰਤਰਰਾਸ਼ਟਰੀ ਜਿਹੜੀ ਨਾਰੀ ਜਿਹੜਾ ਸਾਡਾ ਅੰਦੋਲਨ ਹੈ, ਉਹ 1909 ਦੇ ਵਿੱਚ ਜਦੋਂ ਸ਼ੁਰੂ ਹੋਇਆ ਸੀ, ਤੇ ਉਹਦੇ ਕੋਪਨਹੈਗਨ ਦੇ ਵਿੱਚ ਉੱਥੇ 17 ਦੇਸ਼ਾਂ ਦੀਆਂ 100 ਔਰਤਾਂ ਇਕੱਠੀਆਂ ਹੋਈਆਂ ਸੀ, ਤੇ ਉਹਨਾਂ ਨੇ ਵੀ ਬਰਾਬਰ ਕੰਮ ਲਈ ਬਰਾਬਰ ਉਜਰਤ ਦਾ ਸਵਾਲ ਵੀ ਖੜਾ ਕੀਤਾ ਸੀ। ਉਹਨਾਂ ਨੇ ਅਮਨ ਤੇ ਸ਼ਾਂਤੀ ਲਈ, ਤੇ ਜਿਸ ਨੂੰ ਅਸੀਂ ਕਹਿੰਦੇ ਆ ਕਿ ਪੀਸ ਐਂਡ ਬ੍ਰੈਡ ਦੀ ਲੜਾਈ ਲੜਦੇ ਨਾਲ ਬਰਾਬਰ ਕੰਮ ਤੇ ਬਰਾਬਰ ਉਜਰਤ ਦੀ ਗੱਲ ਵੀ ਕੀਤੀ ਸੀ। ਅੱਜ ਵੀ ਸਾਡਾ ਸਵਾਲ ਖਾਸ ਕਰਕੇ ਹਿੰਦੁਸਤਾਨ 'ਚ, ਸਾਊਥ ਏਸ਼ੀਆ ਦੇ ਵਿੱਚ ਉਹ ਇਹ ਅਣਸੁਲਝਿਆ ਪਿਆ ਕਿ ਅਸੀਂ ਔਰਤਾਂ ਜਦੋਂ ਕਿ ਵੱਧ ਕੰਮ ਕਰਦੀਆਂ ਨੇ, ਉਹਨਾਂ ਨੂੰ ਅਸੀਂ ਉਸ ਤਰ੍ਹਾਂ ਦਾ ਬਣਦੀ ਮਜ਼ਦੂਰੀ ਨਹੀਂ ਦੇ ਸਕਦੇ। ਈਵਨ ਕਿ ਸਾਡੀਆਂ ਜਿਹੜੀਆਂ ਖੇਤ ਮਜ਼ਦੂਰ ਔਰਤਾਂ ਨੇ, ਸਾਡੀਆਂ ਐਗਰੀਕਲਚਰ ਜਿਹੜੀਆਂ ਸਾਡੀਆਂ ਵਰਕਰਸ ਨੇ, ਉਹ ਵੀ ਉਵੇਂ ਪੂਰੀ ਦਿਹਾੜੀ ਲੈਂਦੀਆਂ ਜਦੋਂ ਕਿ ਪੂਰਾ ਕੰਮ ਕਰਦੀਆਂ ਨੇ। ਇਹਦੇ ਨਾਲ ਹੀ ਮੈਂ ਦੱਸਾਂ ਕਿ ਸਾਡੇ ਘਰਾਂ ਦੇ ਵਿੱਚ ਜਿੰਨੀ ਔਰਤਾਂ ਲੇਬਰ ਕਰਦੀਆਂ ਨੇ, ਲੇਬਰ ਮਤਲਬ ਆਪਣਾ ਘਰ ਦਾ ਘਰੇਲੂ ਕੰਮ ਕਰਦੀਆਂ ਨੇ, ਜਿਹਨੂੰ ਘਰੇਲੂ ਉਜਰਤ ਅਸੀਂ ਕਹਿੰਦੇ ਆ, ਉਹ ਵੀ ਅਜੇ ਤੱਕ ਅੰਕੀ ਨਹੀਂ ਗਈ। ਉਹ ਵੀ ਜਿਹੜੀ 81 ਤੇ ਜਿਹੜੀ ਜਿਸਨੂੰ ਅਨਅਕਾਊਂਟੇਬਲ ਅਸੀਂ ਕਹਿੰਦੇ ਆ, ਉਹ ਉਜਰਤ ਪਈ ਹੈ। ਸੋ ਇਸ ਕਰਕੇ ਔਰਤਾਂ ਦੇ ਨਾਲ ਅੱਜ ਆਪਾਂ ਇਸ ਮਸਲੇ ਦੇ ਉੱਤੇ, ਕਿਉਂਕਿ 33% ਰਿਜ਼ਰਵੇਸ਼ਨ ਤੇ ਗੱਲ ਕਰ ਰਹੇ ਹਾਂ, ਇਹਦੇ ਨਾਲ ਕੀ ਹੈ ਕਿ ਬਹੁਤ ਸਾਰੇ ਔਰਤਾਂ ਦੇ ਇਸ਼ੂ ਨੇ। ਉਹਨਾਂ ਦੀ ਸਿਹਤ ਦਾ ਹੈ, ਸੁਰੱਖਿਆ ਦਾ ਹੈ, ਸਿੱਖਿਆ ਦਾ ਹੈ, ਉਹਨਾਂ ਦੇ ਨਾਲ ਜੈਂਡਰ ਡਿਸਕ੍ਰਿਮੀਨੇਸ਼ਨ ਦਾ ਹੈ, ਔਰਤਾਂ ਦੀ ਉਜਰਤ ਦੇ, ਖਾਸ ਕਰਕੇ ਔਰਤਾਂ ਐਮਪਲੋਇਮੈਂਟ 'ਚ ਵੀ ਬਹੁਤ ਪਿੱਛੇ ਰਹਿੰਦੀਆਂ ਨੇ। ਉਹਨਾਂ ਦੀ ਜਿੱਥੇ ਉਜਰਤ ਜਿਹੜੀ ਹੈ ਥੋੜੀ ਹੈ, ਉੱਥੇ ਉਹ ਪੜ੍ਹਾਈ ਦੇ ਵਿੱਚ ਵੀ ਪਛੜੀਆਂ ਨੇ, ਭਾਵੇਂ ਕਿ ਮੁਰਲੀਆਂ ਕਤਾਰਾਂ 'ਚ ਆਉਂਦੀਆਂ ਨੇ, ਪੜ੍ਹਨ ਦੇ ਵਿੱਚ ਅੱਛੀਆਂ ਨੇ, ਪਰ ਉਹ ਪ੍ਰੋਪਰ ਜਿਹੜੀ ਉਹਨਾਂ ਨੂੰ ਐਜੂਕੇਸ਼ਨ ਮਰਦਾਂ ਦੇ ਬਰਾਬਰ ਨਹੀਂ, ਜੋ ਸਾਡੇ ਅੰਕੜੇ ਦੱਸਦੇ ਨੇ।
ਸੋ ਇਸ ਕਰਕੇ ਅੱਜ ਅਸੀਂ ਇਹ ਕਾਲੇ ਦਿਵਸ ਦੇ ਤੌਰ ਤੇ ਵੀ ਮਨਾ ਰਹੇ ਹਾਂ ਔਰ ਸੰਘਰਸ਼ ਦੇ ਦਿਨ ਵੀ ਮਨਾ ਰਹੇ ਹਾਂ। ਤੇ ਅੱਜ ਅਸੀਂ ਉਸ ਗੀਤਾ ਮੁਖਰਜੀ ਨੂੰ ਵੀ ਯਾਦ ਕਰ ਰਹੇ ਹਾਂ ਜਿਸ ਨੇ 1996 ਦੇ ਵਿੱਚ 12 ਸਤੰਬਰ ਨੂੰ ਪਾਸ ਬਿੱਲ ਪੇਸ਼ ਕੀਤਾ ਸੀ ਰਾਜ ਸਭਾ 'ਚ ਤੇ ਪਾਸ ਕਰਾਇਆ ਸੀ ਔਰ ਫਿਰ ਉਹ ਆਪਣੀ ਤਾਂ ਉਮਰ ਜਦੋਜਹਿਦ ਕਰਦੀ ਰਹੀ ਕਿ ਇਹਨੂੰ ਲੋਕ ਸਭਾ ਦੇ ਵਿੱਚੋਂ ਪਾਸ ਕਰਾਇਆ ਜਾਵੇ। ਪਰ ਇਹ ਬੜੀ ਬਦਕਿਸਮਤੀ ਹੈ ਹਿੰਦੁਸਤਾਨ ਦੀਆਂ ਔਰਤਾਂ ਦੀ ਕਿ 25 ਸਾਲ ਤੋਂ ਔਰਤਾਂ ਦੇ ਹੱਕ ਦਾ ਬਿੱਲ, ਉਹਨਾਂ ਨੂੰ ਹੱਕ ਦੇਣ ਦਾ ਬਿੱਲ ਅਜੇ ਵੀ ਪਾਰਲੀਮੈਂਟ ਦੇ ਵਿੱਚ ਪੈਂਡਿੰਗ ਪਿਆ। ਇਸ ਵੇਲੇ ਢਿੱਲੋਂ ਜੀ ਮੇਰਾ ਖਿਆਲ ਕੋਈ ਖੇਤਰ ਐਸਾ ਨਹੀਂ, ਖੇਡਾਂ ਦਾ ਲੈ ਲਓ, ਸਿੱਖਿਆ ਦਾ ਲੈ ਲਈਏ, ਸਿੱਖਿਆ ਦਾ ਲੈ ਲਈਏ, ਡਾਕਟਰੀ ਦਾ ਲੈ ਲਈਏ, ਕੋਈ ਐਸਾ ਵਿਸ਼ਾ ਨਹੀਂ। ਈਵਨ ਜਿਹੜਾ ਸਪੇਸ ਹੈ, ਪਲਾਟ ਦੀ ਗੱਲ ਕਰ ਲਈਏ, ਕੋਈ ਐਸਾ ਖੇਤਰ ਨਹੀਂ ਗਾ ਜਿੱਥੇ ਔਰਤਾਂ ਅੱਗੇ ਨਾ ਵਧ ਰਹੀਆਂ ਹੋਣ, ਸਮਾਜ ਦੀ ਅਗਵਾਈ ਨਾ ਕਰ ਰਹੀਆਂ ਹੋਣ। ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਨੇ ਪਹਿਲੀਆਂ ਥਾਵਾਂ ਲਈਆਂ ਨੇ। ਜੇ ਅਸੀਂ ਪੰਜਾਬ ਦੀਆਂ ਯੂਨੀਵਰਸਿਟੀਆਂ ਲਈਏ ਤਾਂ ਉਹਨਾਂ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਗਿਣਤੀ ਲਗਾਤਾਰ ਲੜਕਿਆਂ ਦੇ ਮੁਕਾਬਲੇ ਵੱਧ ਰਹੀ ਹੈ। ਕੁਝ ਕੋਰਸ ਤਾਂ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ 70-80% ਲੜਕੀਆਂ ਨੇ। ਪਹਿਲਾਂ ਇੱਕ ਪੇਸ਼ਾ ਵਕੀਲਾਂ ਦਾ ਕਿਹਾ ਜਾਂਦਾ ਸੀ ਵੀ ਔਰਤਾਂ ਘੱਟ ਨੇ, ਲੜਕੀਆਂ ਘੱਟ ਉਸ ਪਾਸੇ, ਹੁਣ ਤਾਂ ਉਧਰ ਵੀ ਕਾਫੀ ਗਿਣਤੀ ਦੇ ਵਿੱਚ ਆ ਰਹੀਆਂ ਨੇ। ਮੇਰਾ ਖਿਆਲ ਕੋਈ ਖੇਤਰ ਨਹੀਂ ਹੈਗਾ ਜਿੱਥੇ ਲੜਕੀਆਂ ਜਿਹੜੀਆਂ ਅੱਗੇ ਨਹੀਂ ਆ ਰਹੀਆਂ, ਅਗਵਾਈ ਨਹੀਂ ਕਰ ਰਹੀਆਂ, ਮਰਦਾਂ ਦੇ ਮੁਕਾਬਲੇ ਅੱਗੇ ਲੰਘ ਰਹੀਆਂ ਨੇ। ਈਵਨ ਜਦੋਂ ਅਸੀਂ ਪੰਜਾਬ ਦੇ ਜਿਹੜਾ ਜਾਂ ਹਰਿਆਣੇ ਦੇ ਇਸ ਖੇਤਰ ਵੱਲ ਨਿਗਾਹ ਮਾਰਦੇ, ਕਿਸਾਨੀ, ਕਿਉਂਕਿ ਇੱਥੇ ਡੋਮੀਨੈਂਟ ਧੰਦਾ ਕਿਸਾਨੀ ਦਾ, ਕਿਸਾਨੀ ਦੇ ਵਿੱਚ ਜਦੋਂ ਸੁਈਸਾਈਡ ਦੀ ਗੱਲ ਕਰਦੇ ਆ, ਜਿਹੜੇ ਮਰਦਾਂ ਬਾਰੇ ਕਿਹਾ ਜਾਂਦਾ ਵੀ ਬਹੁਤ ਬਹਾਦਰ ਨੇ, ਜਿੰਨੇ ਸੁਈਸਾਈਡ ਜਿਹੜੇ ਮਰਦ ਕਰਦੇ ਉਹਦੇ ਮੁਕਾਬਲੇ ਜਦੋਂ ਉਹ ਸੁਈਸਾਈਡ ਕਰਦੇ, ਘਰ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਔਰਤ ਦੇ ਉੱਪਰ ਪੈ ਜਾਂਦੀ ਆ। ਉਹ ਸਾਰਾ ਕੁਝ ਮੈਨੇਜ ਕਰਦੀ ਵੀ ਜਿਹੜਾ ਕਰਜ਼ਾ ਜਿਹੜਾ ਉਹਨੂੰ ਕਿਵੇਂ ਲਾਉਣਾ ਹੈ, ਘਰ ਦੀ ਜ਼ਿੰਮੇਵਾਰੀ ਕਿਵੇਂ ਨਿਭਾਉਣੀ ਆ, ਬੱਚੇ ਕਿਵੇਂ ਪਾਲਣੇ ਆ। ਮੈਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਔਰਤਾਂ ਦਾ ਜਿਹੜਾ ਰੋਲ ਆ ਮਰਦਾਂ ਦੇ ਮੁਕਾਬਲੇ ਜ਼ਿਆਦਾ ਵੱਡਾ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਤੇ ਜੇ ਇਧਰ ਰੋਲ ਵੱਡਾ, ਭੂਮਿਕਾ ਵੱਡੀ ਹੈ, ਤੇ ਕਿਉਂ ਨਹੀਂ ਇਹ ਜਿਹੜਾ 33% ਰਾਖਵਾਂਕਰਨ ਮਿਲਣਾ ਚਾਹੀਦਾ? ਬਿਲਕੁਲ ਜੰਮੂ ਜੀ, ਤੁਸੀਂ ਠੀਕ ਕਿਹਾ, ਕਿਉਂਕਿ ਜਦੋਂ ਮੈਂ ਜਨ ਸੰਸਦ ਦੇ ਵਿੱਚ ਗਈ, ਅਸੀਂ ਜਿਹੜੀ 26 ਜੁਲਾਈ ਨੂੰ, ਉਹਦੇ ਵਿੱਚ ਸਾਰੇ ਦੇਸ਼ ਦੀਆਂ ਔਰਤਾਂ ਸੀ ਤੇ ਵੱਡੀ ਗਿਣਤੀ ਵਿੱਚ ਹਰਿਆਣਾ ਤੋਂ ਔਰਤਾਂ ਸਨ। ਤੁਹਾਨੂੰ ਮੈਂ ਦੱਸ ਦਿਆਂ ਕਿ ਹਿਮਾਚਲ ਔਰ ਹਰਿਆਣਾ ਦੇ ਵਿੱਚ 60% ਔਰਤਾਂ ਖੇਤੀਬਾੜੀ ਦੇ ਧੰਦੇ ਵਿੱਚ ਲੱਗੀਆਂ ਹੋਈਆਂ ਨੇ। ਜੇ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ, ਜ਼ਰੂਰੀ ਨਹੀਂ ਕਈ ਮੁੱਖ ਭੂਮਿਕਾ ਦੇ ਤੌਰ ਤੇ ਖੇਤੀ ਕਰਦੀਆਂ ਨੇ, ਕੁਝ ਜਿਹੜੀ ਹੈ ਅਸਿੱਧੇ ਤੌਰ ਤੇ ਜਿਹੜਾ ਹੈ ਅਸੀਂ ਉਹਨੂੰ ਸਹਾਇਕ ਦੇ ਤੌਰ ਤੇ ਖੇਤੀ ਦੇ ਵਿੱਚ ਨੇ, ਤਾਂ ਉੱਥੇ ਔਰਤਾਂ ਨੇ ਇੱਕਦਮ ਆਵਾਜ਼ ਬੁਲੰਦ ਦੇ ਨਾਲ ਕਿਹਾ ਕਿ ਅਸੀਂ ਜਿਹੜਾ ਹੈ ਹਰ ਮੁਹਾਜ ਦੇ ਉੱਤੇ ਅਸੀਂ ਇਹ ਕੰਮ ਕਰ ਸਕਦੇ ਹਾਂ ਔਰ ਇਹ ਔਰਤਾਂ ਨੂੰ ਪ੍ਰਤੀਨਿਧਤਾ ਦੇਣੀ ਇਹ ਸਮਾਜ ਦੇ ਜਿਹੜੇ ਸਾਡੇ ਖਾਸ ਕਰਕੇ ਸਰਕਾਰਾਂ ਦਾ ਫਰਜ਼ ਹੈ। ਕਈ ਵਾਰੀ ਜਿਹੜਾ ਇੱਕ ਵਰਗ ਪਿੱਛੇ ਰਹਿ ਜਾਂਦਾ ਹੈ, ਜਿਵੇਂ ਅਸੀਂ ਜਿਹੜੀ ਰਿਜ਼ਰਵੇਸ਼ਨ ਦੇ ਰਹੇ ਹਾਂ SC ਨੂੰ ਜਾਂ ਸਾਡੇ ST ਨੂੰ ਰਿਜ਼ਰਵੇਸ਼ਨ ਦੇ ਰਹੇ ਹਾਂ, ਕਿਉਂਕਿ ਅਸੀਂ ਜੇ ਸਾਡਾ ਸਮਾਜ ਦਾ ਇੱਕ ਹਿੱਸਾ ਇੱਕ ਵਰਗ ਪਿੱਛੇ ਹੈ ਤੇ ਉਹ ਸਮੁੱਚਾ ਦੇਸ਼ ਤਰੱਕੀ ਨਹੀਂ ਕਰ ਸਕਦਾ। ਇਸੇ ਕਰਕੇ ਔਰਤਾਂ, ਕਿਉਂਕਿ ਬਹੁਤ ਲੰਬਾ ਸਮਾਂ ਹਿੰਦੁਸਤਾਨ ਦੇ ਵਿੱਚ ਪਿੱਤਰ ਸੱਤਾ, ਫਿਊਡਲ ਮਾਈਂਡਸੈਟ ਤੇ ਇਸ ਤਰ੍ਹਾਂ ਦੀਆਂ ਜਗੀਰੂ ਕਦਰਾਂ ਕੀਮਤਾਂ ਦੀ ਸੋਚ ਰਹੀ ਹੈ ਤੇ ਜਿਸ ਦੇ ਵਿੱਚ ਔਰਤਾਂ ਨੂੰ ਨਗੂਣੇ ਤੌਰ ਤੇ ਦੇਖਿਆ ਗਿਆ, ਔਰਤਾਂ ਦਾ ਹਿੱਸਾ ਪਿੱਛੇ ਰੱਖਿਆ ਗਿਆ, ਔਰਤਾਂ ਨੂੰ ਦੁਜੈਲੀ ਥਾਂ ਤੇ ਰੱਖਿਆ ਗਿਆ। ਇਸ ਕਰਕੇ ਕੁਝ ਸਰਕਾਰਾਂ ਵੱਲੋਂ ਉਚੇਚੇ ਯਤਨ ਕਰਨੇ ਪੈਂਦੇ ਆ। ਇਸ ਦੇ ਵਿੱਚ ਸਾਡੀਆਂ ਜਿਹੜੀਆਂ ਮੱਧ ਵਰਗ ਦੀਆਂ ਜਿਹੜੀਆਂ ਕੁੜੀਆਂ ਨੇ, ਖਾਸ ਕਰਕੇ ਨੌਜਵਾਨ ਬੱਚੀਆਂ ਨੇ, ਉਹ ਖੇਡਾਂ ਦੇ ਵਿੱਚ ਵੀ ਅੱਗੇ ਆ ਰਹੀਆਂ ਨੇ ਔਰ ਨਾਲ ਦੀ ਨਾਲ ਉਹ ਮੈਂ ਖੇਡਾਂ ਦੀ ਜਦੋਂ ਤੁਸੀਂ ਗੱਲ ਕਰਦੇ ਨਾ, ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਹੈ, ਉਹ ਬਹੁਤ ਗਰੀਬ ਘਰ ਤੋਂ ਜੀ। ਮੈਂ ਇਹੀ ਕਹਿਣਾ ਚਾਹੁੰਦੀ ਸੀ, ਮੈਂ ਇਹ ਕਹਿਣਾ, ਹਾਂਜੀ, ਟੀਮ ਹੈ ਬਹੁਤ ਗਰੀਬੀ ਪਾਈ ਹੈ। ਨਹੀਂ ਜੰਮੂ ਜੀ, ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਪਹਿਲਾਂ ਮੱਧ ਵਰਗ ਦੀਆਂ ਸਾਡੀਆਂ ਬਹੁਤ ਸਾਰੀਆਂ ਔਰਤਾਂ ਹੁੰਦੀਆਂ ਸੀ, ਕੁੜੀਆਂ, ਨੌਜਵਾਨ। ਹੁਣ ਜਿਹੜੀਆਂ ਸਾਡੀ ਹਾਕੀ ਟੀਮ ਜਾਂ ਸਾਡੀਆਂ ਦੂਸਰੀਆਂ ਐਥਲੈਟਿਕਸ ਦੀਆਂ ਗੇਮਸ ਨੇ, ਉਹਦੇ ਵਿੱਚ ਉਹਨਾਂ ਨੇ ਕੁੜੀਆਂ ਨੇ ਦਿਖਾ ਦਿੱਤਾ ਹੈ ਕਿ ਜਿਹੜੀਆਂ ਸਾਡੀਆਂ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਠੀਆਂ ਕੁੜੀਆਂ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਤੇ ਜਦੋਂ ਅਸੀਂ ਉਹ ਗਰੀਬ ਪਰਿਵਾਰਾਂ ਦੀਆਂ, ਖਾਸ ਕਰਕੇ ਮਜ਼ਦੂਰਾਂ ਦੀਆਂ ਧੀਆਂ, ਖਾਸ ਕਰਕੇ ਜਿਹੜੇ ਛੋਟਾ ਕੰਮ ਕਰਨ ਵਾਲੇ, ਛੋਟਾ ਮਤਲਬ ਜਿਹੜਾ ਰੋਜ਼ੀ ਰੋਟੀ ਦੇ ਲਈ ਸਾਡੀ ਵਰਕਿੰਗ ਕਲਾਸ ਦੇ ਵਿੱਚੋਂ, ਰਾਣੀ ਰਾਮਪਾਲ ਦੀ ਤੁਸੀਂ ਗੱਲ ਕੀਤੀ ਹੈ, ਜਾਂ ਸਾਡੀ ਜਿਹੜੀ ਜੇ ਗੁਰਜੀਤ ਕੌਰ ਪੰਜਾਬ ਦੀ ਗੱਲ ਕਰੀਏ, ਉਹ ਮੱਧ ਵਰਗ ਦੇ ਵਿੱਚੋਂ ਆਉਂਦੀ ਹੈ। ਸੋ ਇਹ ਕੁੜੀਆਂ ਨੇ ਆਪਣੀ ਮਿਹਨਤ ਦੇ ਨਾਲ ਆਪਣਾ ਸਥਾਨ ਗ੍ਰਹਿਣ ਕੀਤਾ। ਜੇਕਰ ਉਹਨਾਂ ਨੂੰ ਥੋੜਾ ਜਿਹਾ ਹੋਰ ਪ੍ਰੋਤਸਾਹਨ ਮਿਲਦਾ ਤੇ ਹੋਰ ਵਧੀਆ ਰਿਜ਼ਲਟ ਕੱਢ ਸਕਦੀਆਂ ਸੀ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਖੇਡਾਂ ਵੱਲ
ਜਦੋਂ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਬਹੁਤ ਮੌਕੇ, ਖੇਡ ਗਰਾਊਂਡ ਔਰ ਉਹਨਾਂ ਦੇ ਖੇਡਾਂ ਦਾ ਜਿਹੜਾ ਓਵਰਆਲ ਉਹਨਾਂ ਦਾ ਐਟਮੋਸਫੀਅਰ ਹੈ, ਉਹ ਔਰਤਾਂ ਦੇ ਹੱਕ 'ਚ ਨਹੀਂ ਹੈ। ਸੋ ਇਸੇ ਤਰੀਕੇ ਨਾਲ ਜਿਵੇਂ ਪਾਰਲੀਮੈਂਟ ਦੇ ਵਿੱਚ ਅਸੀਂ ਔਰਤਾਂ ਨੂੰ ਨਹੀਂ ਭੇਜਣ, ਮਤਲਬ ਉਹਦੇ ਲਈ ਹੱਕ ਦੇ ਲਈ ਅਸੀਂ ਕਾਨੂੰਨ ਪਾਸ ਨਹੀਂ ਕਰਦੇ, ਤੇ ਉਸੇ ਤਰੀਕੇ ਦੇ ਨਾਲ ਜਿਹੜੀਆਂ ਖੇਡ ਮੈਦਾਨ ਜਿੰਨੀ ਦੇਰ ਤੱਕ ਨਹੀਂ ਬਣਾਉਂਦੇ, ਸਾਡੀਆਂ ਕੁੜੀਆਂ ਜਿਹੜੀਆਂ ਹੈ ਬਹੁਤ ਅੱਗੇ ਨਹੀਂ ਆਣੀਆਂ। ਇਹ ਤੇ ਚਮਤਕਾਰ ਹੈ, ਸਾਡੀਆਂ ਵਰਕਿੰਗ ਕਲਾਸ ਦੀਆਂ ਔਰਤਾਂ, ਕੁੜੀਆਂ ਨੇ, ਮੱਧ ਵਰਗ, ਹੇਠਲੇ ਮੱਧ ਵਰਗ ਦੀਆਂ ਕੁੜੀਆਂ ਨੇ ਆਪਣੀ ਮਿਹਨਤ ਦੇ ਨਾਲ, ਆਪਣੀ ਕਰਮੱਠ ਸਾਧਨਾ ਤੇ ਆਪਣੀ ਵੈਲ ਪਾਵਰ ਨਾਲ ਜਿਹੜਾ ਹਾਸਲ ਕੀਤਾ। ਪਰ ਜੇਕਰ ਉਹਨਾਂ ਨੂੰ ਢਿੱਲੋਂ ਜੀ, ਤੁਸੀਂ ਹੁਣ 2 ਮਿੰਟ ਦੇ ਵਿੱਚ ਆਪਣੀ ਗੱਲ ਨੂੰ ਜਿਹੜਾ ਨਾ ਕਨਕਲੂਡ ਕਰੋ, ਮਤਲਬ ਵੀ ਔਰਤਾਂ ਨੂੰ ਕਦੋਂ ਤੱਕ ਰਾਖਵਾਂਕਰਨ ਮਿਲ ਜਾਏਗਾ ਜਾਂ ਨਹੀਂ ਮਿਲੇਗਾ, ਜਾਂ ਲੰਮਾ ਸਟਰਗਲ ਕਰਨਾ ਪਏਗਾ, ਇਹਦੇ ਬਾਰੇ ਤੁਸੀਂ ਆਪਣੀ ਗੱਲ ਜਿਹੜੀ ਸਮਾਪਤ ਮੈਂ ਕਰੋ। ਅੱਜ ਦੇ ਦਿਨ ਜਿਹੜੀ ਸਰਕਾਰ ਤੋਂ ਮੰਗ ਕਰਦੀ ਹਾਂ, ਮੋਦੀ ਸਰਕਾਰ ਤੋਂ, ਕਿ ਉਹ ਆਪਣੇ ਜਿਹੜੇ ਮੈਨੀਫੈਸਟੋ ਦੇ ਵਿੱਚ ਲਿਖੇ ਹੋਏ ਵਾਅਦੇ ਨੇ, ਜਿਹੜੇ ਪਹਿਲੇ ਮੈਨੀਫੈਸਟੋ, ਦੂਸਰੇ ਮੈਨੀਫੈਸਟੋ ਦੇ ਵਿੱਚ ਜਿਹੜਾ ਉਹਨਾਂ ਨੇ ਹੋਰ ਬਹੁਤ ਸਾਰੇ ਕੰਮ ਜਿਹੜੇ ਉਹਨਾਂ ਦੇ ਸਭ ਤੋਂ ਹੇਠਲੀ ਕਤਾਰ ਦੇ ਵਿੱਚ ਮੈਨੀਫੈਸਟੋ ਸੀ, ਉਹ ਉਹਨਾਂ ਨੇ ਲਾਗੂ ਕਰ ਦਿੱਤੇ। ਪਰ ਜਿਹੜੇ ਔਰਤਾਂ ਦੇ ਹੱਕ ਬਾਰੇ, ਔਰਤਾਂ ਨੂੰ ਰਾਖਵਾਂਕਰਨ ਦੇਣ ਵਾਲਾ ਜਿਹੜਾ ਉਹਨਾਂ ਦਾ ਮੈਨੀਫੈਸਟੋ ਦੇ ਵਿੱਚ ਇਕਰਾਰ ਹੈ, ਉਹਦੇ ਬਾਰੇ ਉਹਨਾਂ ਨੂੰ, ਔਰਤਾਂ ਨੂੰ ਹੱਕ ਦੇ ਕੇ ਆਪਣੇ ਉਸ ਇਕਰਾਰ ਨੂੰ ਪੂਰਾ ਕਰਨਾ ਚਾਹੀਦਾ ਹੈ। ਤੇ ਜੇਕਰ ਮੋਦੀ ਗਵਰਨਮੈਂਟ ਨਹੀਂ ਕਰਦੀ, ਜਿਵੇਂ 25 ਸਾਲ ਤੋਂ ਔਰਤਾਂ ਸੰਘਰਸ਼ ਕਰ ਰਹੀਆਂ ਨੇ, ਇਹ ਸੰਘਰਸ਼ ਕਰਦੀਆਂ ਰਹਿਣੀਆਂ ਉਦੋਂ ਤੱਕ ਜਦੋਂ ਤੱਕ ਉਹਨਾਂ ਨੂੰ ਆਪਣੇ ਹੱਕ ਨਹੀਂ ਮਿਲ ਜਾਂਦੇ। ਅਸੀਂ ਅੱਜ 33% ਦੀ ਗੱਲ ਕਰ ਰਹੇ ਹਾਂ, ਪਰ ਸਾਡਾ ਟਾਰਗੇਟ ਜਿਹੜਾ ਹੈ ਉਹ 50% ਰਾਖਵਾਂਕਰਨ ਤੱਕ ਦਾ ਹੈ। ਇਹਦੇ ਵਿੱਚ ਸਾਡੀਆਂ 1-2 ਗੱਲਾਂ ਹੋਰ ਨੇ ਕਿ ਬਹੁਤ ਵਾਰੀ ਇਹ ਗੱਲ ਪਾਈ ਜਾਂਦੀ ਹੈ, ਬਹੁਤ ਵਾਰੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਪਾਰਲੀਮੈਂਟ ਦੇ ਵਿੱਚ ਹੀ ਔਰਤ ਵਿਰੋਧੀ, ਔਰਤਾਂ ਦੇ ਪਹਿਨਣ ਦੇ ਉੱਤੇ ਵੀ ਸਾਡੇ ਐਮਪੀਜ਼ ਨੇ ਆਵਾਜ਼ੇ ਕੱਸੇ, ਜਿਹੜੀ ਕਿ ਜਿਸ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ, ਔਰ ਇਹ ਸ਼ਰਮਨਾਕ ਵਰਤਾਰਾ ਹੈ। ਸੋ ਇਸ ਤਰ੍ਹਾਂ ਦੇ ਐਮਪੀ ਜਦੋਂ ਤੱਕ ਸਾਡੇ ਮੈਂਬਰ ਪਾਰਲੀਮੈਂਟ ਹੋਣਗੇ, ਔਰਤਾਂ ਨੂੰ ਹੱਕ ਮਿਲਣਾ ਮੁਸ਼ਕਲ ਹੈ। ਇਹਦੇ ਲਈ ਸਾਨੂੰ ਔਰਤਾਂ ਨੂੰ ਇਕੱਠੇ ਹੋਣ ਦੀ ਲੋੜ ਹੈ, ਤੇ ਔਰਤਾਂ ਇਕੱਠੀਆਂ ਹੋਣਗੀਆਂ ਤਾਂ ਕਿ ਅਸੀਂ ਆਪਣੀ ਸੰਸਦ ਦੇ ਵਿੱਚ ਤੇ ਅਸੈਂਬਲੀਜ਼ ਦੇ ਵਿੱਚ, ਵਿਧਾਨ ਸਭਾਵਾਂ ਦੇ ਵਿੱਚ ਹੱਕ ਲੈ ਸਕੀਏ। ਅੱਜ 25 ਸਾਲ ਅਸੀਂ ਇਸ ਨੂੰ ਕਾਲੇ ਦਿਨ ਵਜੋਂ ਵੀ ਮਨਾ ਰਹੇ ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਟਰਗਲ ਦਾ ਐਲਾਨ ਕਰ ਰਹੇ ਹਾਂ, ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕਰ ਰਹੇ ਹਾਂ ਅੱਜ ਦੇ ਦਿਨ, ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜ਼ਰੂਰ ਔਰਤਾਂ ਆਪਣੀ ਜਿੱਤ ਪ੍ਰਾਪਤ ਕਰਨਗੀਆਂ। ਇਹ ਸ਼ੋਅ ਜੁੜਨ ਲਈ ਢਿੱਲੋਂ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਹੁਣ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ, ਅਸੀਂ ਤੁਹਾਡੇ ਤੋਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ ਹਾਂ। ਬਹੁਤ-ਬਹੁਤ ਧੰਨਵਾਦ।